घाट की रत की गुर रामदास राखो हो। शरणाई सुख टल गुर सेविया हनस सहज सुभाए। दर्शन परस गुरु का जन्म मरण दुख जाए। होवै सिफत संबंधी नूर यार सहो गुर सहो। चट्टी तुद डिठ सचे पातशाह मल जन्म जन्म दे। कट्टी सजन सचा पातशाह सिर शाहद शाहो। जिस पास बैठया सोहिया सबनंद बेसाहो। सतनाम श्री वाहिगुरु साहिब जी। जे को सिख गुरु सेती सन्मुख होवै। होवै ता सन्मुख सिख कोई। जियो रह गुर नाले। जे को सिख गुरु सेती सन्मुख होवै। होवै ता सन्मुख सिख कोई। जियो रह गुर नाले। गुर की चरण हृदय त्याई। अंतर आत्म समाले। आप छाड़ सदा रह परणै। गुर बिन आवर न जाने कोय। कह नानक सुनहो संत हो। सो सिख सन्मुख होए। जे को गुर ते बेमुख होवै। बिन सतगुर मुक्त न पावै। पावै मुक्त न होर थै कोई। पुछो बबेकिया जाए। अनेक जोनी परम आवै। बिन सतगुर मुक्त न पाए। फिर मुक्त पाए लाग चरणी। सतगुरु शब्द सुनाई। कह नानक विचार देखो। बिन सतगुर मुक्त न पाई। आवो सिख सतगुरु के प्यार हो। गावो सच्ची बाणी। बाणी ता गावो गुरु केरी। बाणिया सिर बाणी। जिन को नदर कर्म होवै। हृदय तिना समाणी। पीवो अमृत सदा रहो हर रंगा। जपयो सारग पाणी। कह नानक सदा गावो। एह सच्ची बाणी। सतगुरु बिना होर कच्ची है बाणी। बाणी ता कच्ची सतगुरु बाजो। होर कच्ची बाणी। कहंदे कच्चे सुनदे कच्चे। कच्ची आख बखानी। हर हर नित करह रसना। कहया काठू ना जानी।
ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਈ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਹੈ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ 부ਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ 부ਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਇਆਲ ਪਾਤਸ਼ਾਹ ਪਰਮ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਤੇ ਮਾਲਕ ਸਰਵਰੇ ਕਾਇਨਾਤ ਰੂਹਾਨੀਅਤ ਦੇ ਮੁਜੱਸਮੇ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਹਾਜ਼ਰੀਨ ਗੁਰੂ ਕੀ ਪਿਆਰੀ ਗੁਰੂ ਕੀ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ ਵਡਭਾਗੇ ਹੋ ਧੰਤਾ ਦੇ ਯੋਗ ਹੋ ਜੋ ਆਪ ਜੀ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤ ਰੂਪ ਬਾਣੀ ਆਸਾ ਕੀ ਵਾਰ ਦੇ ਕੀਰਤਨ ਅਤੇ ਸ਼ਬਦ ਦੀ ਵਿਚਾਰ ਨੂੰ ਸਰਵਨ ਕਰਕੇ ਜੀਵਨ ਦੀਆਂ ਘੜੀਆਂ ਉਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਬੜੇ ਪ੍ਰੇਮ ਸਹਿਤ ਆਪ ਜੀਆਂ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਉਪਰੰਤ ਅੰਮ੍ਰਿਤ ਵੇਲੇ ਜੋ ਪਾਵਨ ਤਖਤਾਂ ਤੇ ਸੁਭਾਏ ਮਨ ਹੋ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਨੇ ਸਾਡੇ ਜੀਵਾਂ ਦੇ ਭਲੇ ਹਿਤ ਪਾਵਨ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਕਰਨ ਦੇ ਲਈ ਆਪਾਂ ਸਾਰੇ ਜੁੜ ਬੈਠੇ ਹਾਂ।
ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਤਿਗੁਰਾਂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਰਾਮ ਕਲੀ ਰਾਗ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ ਅੱਜ ਦਾ ਇਹ ਪਾਵਨ ਮੁੱਖ ਵਾਕ ਹੈ। ਆਨੰਦ ਸਾਹਿਬ ਦੀ ਬਾਣੀ ਗੁਰੂ ਕੇ ਸਿੱਖ ਦਾ ਕੋਈ ਵੀ ਕਾਰਜ ਹੋਵੇ ਉਹ ਆਨੰਦ ਸਾਹਿਬ ਦੀ ਬਾਣੀ ਤੋਂ ਬਿਨਾਂ ਸੰਪੂਰਨ ਨਹੀਂ। ਸਹਿਜ ਪਾਠ ਕਰੀਏ, ਅਖੰਡ ਪਾਠ ਸਾਹਿਬ ਕਰੀਏ, ਨਿਤਨੇਮ ਹੈ, ਖੁਸ਼ੀ ਦਾ ਸਮਾਂ ਹੋਵੇ, ਗਮੀ ਦਾ ਸਮਾਂ ਹੋਵੇ, ਕੋਈ ਵੀ ਕਾਰਜ ਹੈ ਉਹ ਆਨੰਦ ਸਾਹਿਬ ਦੀ ਬਾਣੀ ਤੋਂ ਬਿਨਾਂ ਸੰਪੂਰਨ ਨਹੀਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਦੇ ਕਰਕੇ ਨਿਹਾਲ ਕਰਦੇ, ਅਕਾਲ ਪੁਰਖ ਪਰਮੇਸ਼ਰ ਨਾਲ ਜੋੜਦੇ। ਇੱਕ ਗੁਰੂ ਕਾ ਸਿੱਖ ਚੱਲ ਕਰਕੇ ਆਇਆ, ਬੜੇ ਭੋਲੇ ਸੁਭਾਅ ਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਜੀਵਨ ਦੇ ਅੰਦਰ ਆਨੰਦ ਬਣ ਜਾਵੇ, ਜੀਵਨ ਅੰਦਰ ਖੇੜਾ ਆ ਜਾਵੇ, ਆਤਮਿਕ ਆਨੰਦ ਸਦੀਵੀ ਬਣਿਆ ਰਹੇ, ਸੰਸਾਰ ਸਾਗਰ ਨੂੰ ਤਰ ਸਕੀਏ, ਜਨਮ ਮਰਨ ਤੋਂ ਮੁਕਤ ਹੋ ਜਾਈਏ, ਐਸੀ ਕੋਈ ਰਹਿਮਤ ਬਖਸ਼ਿਸ਼ ਕਰੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਵਾਹਿਗੁਰੂ ਦਾ ਨਾਮ ਜਹਾਜ਼ ਰੂਪੀ ਹੈ, ਜਿਹੜਾ ਇਹਦੇ ਆਸਰੇ ਹੋ ਕੇ ਰਹਿੰਦਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰੂ ਨੂੰ ਸਮਰਪਣ ਹੋ ਕੇ ਰਹਿੰਦਾ ਹੈ, ਰਾਗ ਦਵੈਖ ਨਹੀਂ ਰੱਖਦਾ, ਔਰ ਇਸ ਸੰਸਾਰ ਨੂੰ ਅਸਤ ਤੇ ਬ੍ਰਹਮ ਨੂੰ ਸਤ ਕਰਕੇ ਜਾਣਦਾ ਹੈ। ਸਵਾਸ ਸਵਾਸ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਦਾ ਹੈ, ਗਊ ਗਰੀਬ ਨੂੰ ਪਾਲਦਾ ਹੈ, ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ, ਉਹਦੇ ਜੀਵਨ ਅੰਦਰ ਆਨੰਦ ਬਣਿਆ ਰਹਿੰਦਾ ਹੈ। ਪਰ ਪਾਤਸ਼ਾਹ ਕਹਿਣ ਲੱਗੇ, ਫਿਰ ਵੀ ਗੁਰਬਾਣੀ ਦਾ ਪਾਠ ਕਰਨਾ, ਗੁਰਬਾਣੀ ਦੀ ਸੰਥਿਆ ਲੈਣੀ, ਗੁਰਬਾਣੀ ਦੇ ਅਰਥ ਬੋਧ ਨੂੰ ਸਮਝਣਾ ਸਿੱਖ ਲਈ ਬਹੁਤ ਜ਼ਰੂਰੀ ਹੈ। ਕਹਿਣ ਲੱਗਾ, ਜੀ ਮੈਂ ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ, ਬਹੁਤਾ ਕੁਝ ਨਹੀਂ ਜਾਣਦਾ, ਸੰਸਾਰ ਦੇ ਪਦਾਰਥਾਂ ਤੋਂ ਵਿਕਾਰਾਂ ਦੇ ਸੁੱਖ ਜਿਹੜੇ ਨੇ ਉਹ ਮੈਨੂੰ ਨਹੀਂ ਪਾਉਂਦੇ, ਚੰਗੇ ਨਹੀਂ ਲੱਗਦੇ। ਪਾਤਸ਼ਾਹ ਕਹਿਣ ਲੱਗੇ, ਭਾਈ ਧੰਨ ਹੈ, ਤੇਰਾ ਜੀਵਨ ਧੰਨ ਹੈ, ਜੇ ਤੇਰਾ ਮਨ ਇਹਨਾਂ ਤੋਂ ਉੱਪਰ ਉੱਠ ਗਿਆ, ਮਨ ਇਹਨਾਂ ਵਿੱਚ ਖਚਤ ਨਹੀਂ, ਪਰ ਫਿਰ ਵੀ ਤੂੰ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ, ਇਹਦੇ ਅਰਥ ਬੋਧ ਨੂੰ ਸਮਝਣਾ ਕਰ, ਗੁਰਬਾਣੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਹ ਕੇਵਲ ਪਾਤਸ਼ਾਹ ਜੀ ਨੇ ਉਹ ਸਿੱਖ ਨੂੰ ਹੀ ਉਪਦੇਸ਼ ਨਹੀਂ ਦਿੱਤਾ, ਸਾਡੇ ਸਾਰਿਆਂ ਲਈ ਉਪਦੇਸ਼ ਹੈ।
ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਇਹ ਸਾਡੇ ਸਾਰਿਆਂ ਦੇ ਪ੍ਰਥਾਏ ਉਪਦੇਸ਼ ਹੈ ਪਾਤਸ਼ਾਹ ਜੀ ਦਾ। ਹਰ ਸਿੱਖ ਨੂੰ ਗੁਰਬਾਣੀ ਦੀ ਸੰਥਿਆ ਲੈਣੀ ਬਹੁਤ ਜ਼ਰੂਰੀ ਹੈ। ਗੁਰਬਾਣੀ ਦੇ ਅਰਥ ਬੋਧ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਭਾਵੇਂ ਆਪਾਂ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ ਜਾਂ ਕਈ ਵਾਰੀ ਵੇਖਦੇ ਹਾਂ ਕਿ ਜਦੋਂ ਸੁਖਮਨੀ ਸਾਹਿਬ ਦੇ ਜਾਪ ਚੱਲਦੇ ਨੇ ਉਦੋਂ ਦੇਖਦੇ ਹਾਂ, ਸਰਵਣ ਕਰਦੇ ਹਾਂ, ਬਹੁਤ ਜ਼ਿਆਦਾ ਸਾਡੀਆਂ ਗਲਤੀਆਂ, ਵਿਸ਼ਰਾਮ ਸਹੀ ਨਹੀਂ ਦੇਣਾ ਆਉਂਦਾ, ਉਚਾਰਨ ਬੜਾ ਗਲਤ। ਇਸ ਕਰਕੇ ਗੁਰਬਾਣੀ ਦੀ ਸੰਥਿਆ ਗੁਰੂ ਪਿਆਰ ਵਾਰਿਓ ਜ਼ਰੂਰ ਪ੍ਰਾਪਤ ਕਰੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਈ ਗੁਰਬਾਣੀ ਦੀ ਸੰਥਿਆ ਜ਼ਰੂਰ ਜਿਹੜੀ ਹੈ ਉਹ ਲੈਣਾ ਕਰ, ਇਹਦੇ ਅਰਥ ਬੋਧ ਨੂੰ ਸਮਝਣਾ ਕਰ। ਇੱਕ ਸਿੱਖ ਦੀ ਡਿਊਟੀ ਲਾ ਦਿੱਤੀ, ਇਹਨੂੰ ਗੁਰਬਾਣੀ ਦੀ ਸੰਥਿਆ ਦੇਣੀ ਹੈ, ਗੁਰਬਾਣੀ ਪੜ੍ਹਾਉਣੀ ਹੈ। ਗੁਰੂ ਸਾਹਿਬ ਦਾ ਹੁਕਮ ਪਾ ਕੇ ਗੁਰਬਾਣੀ ਦੀ ਸੰਥਿਆ ਇਸ ਸਿੱਖ ਨੇ ਸ਼ੁਰੂ ਕੀਤੀ ਤੇ ਜਦੋਂ ਬਾਣੀ ਦੀ ਸੰਥਿਆ ਕਰ ਰਿਹਾ ਤੇ ਬਾਣੀ ਆਨੰਦ ਸਾਹਿਬ ਤੇ ਪਹੁੰਚੀ ਤੇ ਆਰੰਭਤਾ ਵਾਲੀ ਪੰਕਤੀ ਪੜੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਥੋਂ ਸ਼ੁਰੂ ਕਰਕੇ ਇਹ ਸਿੱਖ ਜਿਹੜਾ ਦੁਬਾਰੇ ਨਹੀਂ ਆਇਆ ਸੰਥਿਆ ਲੈਣ ਵਾਸਤੇ। ਕੁਝ 6 ਮਹੀਨੇ ਦਾ ਤਕਰੀਬਨ ਸਮਾਂ ਬਤੀਤ ਹੋਇਆ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਬੁਲਾਇਆ ਜਿਹਦੀ ਡਿਊਟੀ ਲਾਈ ਸੀ ਇਹਨੂੰ ਸੰਥਿਆ ਦੇਣ ਦੀ, ਕਿ ਭਾਈ ਉਹ ਸਿੱਖ ਦੀ ਸੰਥਿਆ ਕਿੱਥੋਂ ਤੱਕ ਪਹੁੰਚੀ। ਕਹਿਣ ਲੱਗਾ ਜੀ ਰਾਮਕਲੀ ਰਾਗ ਦੀ ਸੰਥਿਆ ਕਰ ਰਿਹਾ ਸੀ ਤੇ ਜਦੋਂ ਆਨੰਦ ਸਾਹਿਬ ਦੀ ਬਾਣੀ ਆਰੰਭ ਹੋਈ ਤੇ ਉਹ ਪਹਿਲੀ ਪੰਕਤੀ ਪੜ੍ਹ ਕੇ ਚਲਾ ਗਿਆ, ਮੁੜ ਕੇ ਨਹੀਂ ਆਇਆ। ਪਾਤਸ਼ਾਹ ਕਹਿਣ ਲੱਗੇ ਬੁਲਾਓ। ਉਹ ਸਿੱਖ ਨੂੰ ਬੁਲਾਇਆ, ਸਿੱਖ ਚੱਲ ਕੇ ਆਇਆ, ਪੁੱਛਿਆ ਭਾਈ ਰਾਮਕਲੀ ਰਾਗ ਦੀ ਸੰਥਿਆ ਤੇਰੀ ਆਰੰਭ ਹੋਈ, ਆਨੰਦ ਬਾਣੀ ਤੋਂ ਅੱਗੇ ਤੂੰ ਇੱਕ ਪੰਕਤੀ ਪੜ੍ਹ ਕੇ ਦੁਬਾਰਾ ਸੰਥਿਆ ਕਰਨ ਵਾਸਤੇ ਕਿਉਂ ਨਹੀਂ ਗਿਆ। ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਜਦੋਂ ਭੁੱਖ ਲੱਗੀ ਹੋਵੇ ਉਦੋਂ ਭੋਜਨ ਛਕੀਦਾ ਤੇ ਜਦੋਂ ਭੋਜਨ ਛਕੀਏ ਪੇਟ ਭਰ ਜਾਏ ਰੱਜ ਜਾਈਏ ਫਿਰ ਹੋਰ ਬਹੁਤਾ ਭੋਜਨ ਨਹੀਂ ਛਕੀਦਾ, ਤ੍ਰਿਪਤ ਹੋ ਜਾਈਦਾ ਛਕ ਕੇ। ਤੇ ਪਾਤਸ਼ਾਹ ਇਸੇ ਤਰ੍ਹਾਂ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਮੇਰਾ ਮਨ ਤ੍ਰਿਪਤ ਹੋ ਗਿਆ, ਮੈਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਹੈ। ਹੁਣ ਬਾਣੀ ਤਾਂ ਆਪਾਂ ਵੀ ਆਨੰਦ ਸਾਹਿਬ ਦੀ ਰੋਜ਼ ਪੜ੍ਹਦੇ ਆ ਨਾ, ਸਾਡਾ ਮਨ ਕਿੰਨਾ ਕੁ ਤ੍ਰਿਪਤ ਹੋਇਆ ਕਿ ਅਸੀਂ ਗੁਰੂ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਾਤਸ਼ਾਹ ਹੁਣ ਅੱਗੇ ਹੋਰ ਪੜ੍ਹਨ ਨੂੰ ਮੇਰਾ ਮਨ ਨਹੀਂ ਕਰਦਾ। ਪਾਤਸ਼ਾਹ ਮੈਂ ਤੁਹਾਨੂੰ ਪਾ ਲਿਆ, ਮੈਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਹੈ। ਪਾਤਸ਼ਾਹ ਇਹਦੇ ਇਹ ਪ੍ਰੇਮ ਵੇਖ ਕੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਕਹਿਣ ਲੱਗੇ ਸਿੱਖਾ ਤੂੰ ਧੰਨ ਹੈ, ਧੰਨ ਹੈ। ਪਰ ਫਿਰ ਵੀ ਗੁਰਬਾਣੀ ਦੀ ਬਾਕੀ ਰਹਿੰਦੀ ਸੰਥਿਆ ਵੀ ਜ਼ਰੂਰ ਪੂਰੀ ਕਰ। ਗੁਰੂ ਸਾਹਿਬ ਦਾ ਹੁਕਮ ਪਾ ਕੇ ਇਹਨੇ ਅੱਗੇ ਬਾਕੀ ਰਹਿੰਦੀ ਸੰਥਿਆ ਜਿਹੜੀ ਉਹ ਪੂਰੀ ਕੀਤੀ। ਸੋ ਆਨੰਦ ਸਾਹਿਬ ਦੀ ਇਹ ਬਾਣੀ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਹੈ। ਜੋ ਸਿੱਖ ਕੋਈ ਵੀ ਕਾਰਜ ਕਰੇ ਉਹ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ। ਸੋ ਆਓ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਉਪਦੇਸ਼ ਦੁਆਰਾ ਸਾਨੂੰ ਸਮਝਾਉਣਾ ਕਰ ਰਹੇ ਨੇ। ਪਾਵਨ ਸ਼ਬਦ ਦੇ ਨਾਲ ਜੁੜਨ ਦੇ ਲਈ, ਸੁਰਤ ਨੂੰ ਗੁਰ ਸ਼ਬਦ ਨਾਲ ਜੋੜਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ।
ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ। ਆਨੰਦ ਸਾਹਿਬ ਦੀ ਇਹ 21ਵੀਂ ਪੌੜੀ ਹੈ। ਸਤਿਗੁਰ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਜੇ ਕੋਈ ਗੁਰੂ ਕਾ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ, ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਗੁਰੂ ਦੇ ਸਨਮੁਖ ਆ ਕੇ ਸੁਰਖਰੂ ਹੋਣਾ ਚਾਹੁੰਦਾ ਹੈ। ਹੋਵੇ ਤਾ ਸਨਮੁਖ ਸਿੱਖ ਕੋਈ। ਜੀ ਆਹੋ ਰਹਿ ਗੁਰ ਨਾਲੇ। ਜੇ ਚਾਹੁੰਦਾ ਕਿ ਕਿਸੇ ਲੁਕਵੇਂ ਪਾਪ ਦੇ ਕਾਰਨ ਮੇਰੀਆਂ ਅੱਖਾਂ ਗੁਰੂ ਦੇ ਸਾਹਮਣੇ ਨੀਵੀਆਂ ਨਾ ਹੋਣ, ਗੁਰੂ ਦੇ ਸਾਹਮਣੇ ਮੈਨੂੰ ਨੀਵੀਂ ਨਾ ਪਾਣੀ ਪਵੇ, ਤਾਂ ਫਿਰ ਜਿਉ ਰਹਿ ਗੁਰ ਨਾਲੇ। ਆਪਣੇ ਹਿਰਦੇ ਦੇ ਵਿੱਚ, ਆਪਣੇ ਆਤਮਾ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਾ ਕਰਕੇ ਰੱਖੇ, ਗੁਰੂ ਨੂੰ ਹਿਰਦੇ ਵਿੱਚ, ਗੁਰੂ ਦੇ ਚਰਨਾਂ ਨੂੰ ਵਸਾਉਣਾ ਕਰੇ। ਕਿਸੇ ਵੀ ਲੁਕਵੇਂ ਪਾਪ ਤੋਂ ਬਚ ਕਰਕੇ ਰਹੇ। ਕਈ ਵਾਰੀ ਮਨੁੱਖ ਨੂੰ ਇਹ ਹੁੰਦਾ ਹੈ ਕਿ ਮੈਂ ਸ਼ਾਇਦ ਜਦੋਂ ਇਸ ਹਦੂਦ ਦੇ ਅੰਦਰ ਆ ਗਿਆ, ਗੁਰਦੁਆਰਾ ਸਾਹਿਬ ਦੇ ਅੰਦਰ, ਉਦੋਂ ਹੀ ਮੈਨੂੰ ਗੁਰੂ ਵੇਖਦਾ ਹੈ। ਬਾਹਰ ਮੈਂ ਜੋ ਮਰਜ਼ੀ ਕਰੀ ਜਾਵਾਂ ਉਹ ਗੁਰੂ ਨੂੰ ਨਹੀਂ ਪਤਾ ਚੱਲਦਾ, ਪਰ ਗੁਰੂ ਸਾਡਾ ਸਾਰਾ ਕੁਝ ਜਾਣਦਾ ਹੈ, ਜਿੱਥੇ ਮਰਜ਼ੀ ਵਿਚਰ ਰਹੇ ਹਾਂ, ਕਿਉਂਕਿ ਉਹ ਪ੍ਰਮਾਤਮਾ ਸਦਾ ਸਾਡੇ ਨਾਲ ਹੈ। ਸਾਡੇ ਚੰਗੇ ਮਾੜੇ ਸਾਰੇ ਕਰਮਾਂ ਨੂੰ ਵੇਖ ਰਿਹਾ ਮਨੁੱਖ ਜਿਹੜਾ ਕਰਦਾ ਹੈ। ਕਈ ਵਾਰੀ ਮਨੁੱਖ ਲੁਕ ਛਿਪ ਕੇ ਪਾਪ ਕਰਮ ਕਰਦਾ ਕਿ ਸ਼ਾਇਦ ਮੈਨੂੰ ਕੋਈ ਨਹੀਂ ਵੇਖ ਰਿਹਾ, ਪਰ ਗੁਰੂ ਤੋਂ ਛੁਪਿਆ ਨਹੀਂ ਰਹਿ ਸਕਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਕੋਈ ਲੁਕਵੇਂ ਪਾਪ ਦੇ ਕਾਰਨ ਸਿੱਖ ਇਹ ਮਨ ਵਿੱਚ ਰੱਖੇ ਕਿ ਮੈਨੂੰ ਗੁਰੂ ਦੇ ਸਨਮੁਖ, ਗੁਰੂ ਦੀ ਹਜ਼ੂਰੀ ਵਿੱਚ ਆ ਕੇ ਆਪਣੀਆਂ ਅੱਖਾਂ ਨੀਵੀਆਂ ਨਾ ਪਾਣੀਆਂ ਪੈਣ, ਅੱਖਾਂ ਚੁਰਾਣੀਆਂ ਨਾ ਪੈਣ। ਗੁਰੂ ਨੂੰ ਸਦਾ ਹਿਰਦੇ ਦੇ ਵਿੱਚ ਵਸਾ ਕਰਕੇ ਰੱਖਣਾ ਕਰੇ। ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸੰਭਾਲੀ। ਗੁਰੂ ਦੇ ਚਰਨ ਸਦਾ ਹਿਰਦੇ ਦੇ ਵਿੱਚ ਵਸਾ ਕਰਕੇ ਰੱਖੇ। ਸਦਾ ਗੁਰ ਕੇ ਚਰਨ ਹਿਰਦੈ ਧਿਆਏ, ਵਸਾ ਕਰਕੇ ਧਿਆਉਣਾ ਕਰੇ। ਅੰਤਰ ਆਤਮੈ ਸੰਭਾਲੇ, ਅੰਤਰ ਆਤਮੈ ਗੁਰੂ ਦੇ ਚਰਨਾਂ ਦੀ ਸੰਭਾਲ ਕਰੇ। ਆਪ ਛੱਡ ਸਦਾ ਰਹਿ ਪਰਣੈ। ਗੁਰ ਬਿਨ ਆਵਰ ਨ ਜਾਣੈ ਕੋਈ। ਆਪ ਛੱਡ ਸਦਾ ਰਹਿ ਪਰਣੈ। ਆਪਾ ਭਾਵ ਛੱਡ ਕੇ ਗੁਰੂ ਦੇ ਆਸਰੇ ਹੋ ਕੇ ਰਹਿਣਾ ਕਰੇ। ਪਰਣਾ ਤੋਂ ਭਾਵ ਗੁਰੂ ਦਾ ਆਸਰਾ। ਗੁਰ ਬਿਨ ਅਵਰ ਨਾ ਜਾਣੈ ਕੋਏ। ਆਤਮਿਕ ਸੁਖ, ਆਤਮਿਕ ਆਨੰਦ ਦੇਣ ਵਾਲਾ ਗੁਰੂ ਤੋਂ ਬਿਨਾ ਦੂਜਾ ਨਾ ਸਮਝੇ। ਕਿਸੇ ਦੂਜੇ ਦਾ ਭਾਵ ਖਿਆਲ ਮਨ ਵਿੱਚ ਨਾ ਲਿਆਉਣਾ ਕਰੇ ਕਿ ਕਿਸੇ ਹੋਰ ਕੋਲੋਂ ਮੈਨੂੰ ਆਤਮਿਕ ਖੇੜਾ, ਆਤਮਿਕ ਆਨੰਦ, ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਏਗੀ। ਕੇਵਲ ਗੁਰੂ ਨੂੰ ਸਮਝੇ, ਗੁਰੂ ਨੂੰ ਜਾਣੇ ਕਿ ਮੇਰਾ ਗੁਰੂ ਮੈਨੂੰ ਆਤਮਿਕ ਆਨੰਦ ਦੇਣ ਵਾਲਾ ਹੈ, ਆਤਮਿਕ ਸੁਖ ਦੇਣ ਵਾਲਾ ਹੈ, ਆਤਮਿਕ ਜੀਵਨ ਦੇਣ ਵਾਲਾ ਮੇਰਾ ਗੁਰੂ ਹੈ। ਗੁਰੂ ਤੋਂ ਬਿਨਾ ਹੋਰ ਨਾ ਇੱਧਰ ਉੱਧਰ ਦੌੜਿਆ ਫਿਰੇ। ਅੱਜ ਹਾਲਾਤ ਇਹੀ ਨੇ ਕਿ ਮਨੁੱਖ ਗੁਰੂ ਦਾ ਦਰ ਛੱਡ ਕੇ
ਇਨਸਾਨਾਂ ਦੇ ਮਗਰ ਦੌੜਿਆ ਫਿਰਦਾ, ਜਿਨ੍ਹਾਂ ਦੇ ਆਪਣੇ ਕੋਲ ਸੁੱਖ ਨਹੀਂ, ਜਿਨ੍ਹਾਂ ਦੇ ਆਪ ਜੀਵਨ ਅੰਦਰ ਆਤਮਿਕ ਆਨੰਦ ਖੇੜਾ ਨਹੀਂ ਬਣਿਆ, ਉਹਨਾਂ ਕੋਲੋਂ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ। ਆਪਾ ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ ਰਹਿਣਾ ਕਰੇ। ਗੁਰ ਬਿਨ ਅਵਰ ਨਾ ਜਾਣੈ ਕੋਈ, ਗੁਰੂ ਤੋਂ ਬਿਨਾ ਹੋਰ ਦੂਜਾ ਨਾ ਕਿਸੇ ਨੂੰ ਜਾਣੇ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜਿਹੜਾ ਗੁਰੂ ਕਾ ਸਿੱਖ ਇਹ ਭਾਵ ਆਪਾ ਭਾਵ ਛੱਡ ਕੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਉਂਦਾ ਹੈ, ਗੁਰੂ ਨੂੰ ਹੀ ਆਤਮਿਕ ਜੀਵਨ ਦੇਣ ਵਾਲਾ, ਆਤਮਿਕ ਆਨੰਦ, ਆਤਮਿਕ ਸੁਖ ਦੇਣ ਵਾਲਾ ਮੰਨਦਾ ਹੈ, ਉਹ ਸਿੱਖ ਫਿਰ ਸਦਾ ਗੁਰੂ ਦੀ ਸ਼ਰਨ ਵਿੱਚ, ਗੁਰੂ ਦੇ ਸਨਮੁਖ, ਗੁਰੂ ਦੇ ਅਨੁਸਾਰ ਹੋ ਕੇ ਰਹਿੰਦਾ ਹੈ। ਭਾਈ ਗੋਂਦੇ ਨੇ ਚਰਨ ਵਸਾਏ ਹਿਰਦੇ ਵਿੱਚ ਧੰਨ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਨਿਵਾਸ। ਇੱਕ ਦਿਨ ਭਾਈ ਗੋਂਦਾ ਐਸਾ ਪ੍ਰੇਮ ਬਣਿਆ ਗੁਰਚਰਨਾਂ ਦੇ ਨਾਲ, ਸੁਰਤ ਨੂੰ ਗੁਰਚਰਨਾਂ ਨਾਲ ਜੋੜਿਆ ਤੇ ਜਿਹੜੇ ਚਰਨ ਨੇ ਗੁਰੂ ਸਾਹਿਬ ਦੇ ਪਕੜੇ ਹੋਏ ਨੇ। ਇਧਰ ਦੀਵਾਨ ਦੀ ਸਮਾਪਤੀ ਹੋਈ, ਲੰਗਰ ਪ੍ਰਸ਼ਾਦ ਤਿਆਰ ਹੋਇਆ ਤੇ ਰਸੋਈਏ ਨੇ ਆ ਕੇ ਕਿਹਾ ਕਿ ਸਤਿਗੁਰੂ ਪਾਤਸ਼ਾਹ ਲੰਗਰ ਤਿਆਰ ਹੈ, ਆ ਕੇ ਛਕਣਾ ਕਰੋ। ਹੁਣ ਉਧਰ ਭਾਈ ਗੋਂਦੇ ਨੇ ਗੁਰੂ ਕੇ ਚਰਨ ਪਕੜੇ ਹੋਏ ਨੇ। 2 ਵਾਰੀ ਆਇਆ, 3 ਵਾਰੀ ਆ ਕੇ ਸਿੱਖ ਨੇ ਕਿਹਾ, ਤੇ ਜਦੋਂ ਕਾਫੀ ਲੰਬੇ ਸਮੇਂ ਬਾਅਦ ਗੁਰੂ ਸਾਹਿਬ ਉੱਠ ਕੇ ਲੰਗਰ ਵਿੱਚ ਆਏ ਤੇ ਪੁੱਛਿਆ, ਕਹਿਣ ਲੱਗੇ ਭਾਈ ਗੋਂਦਾ ਸਾਡੇ ਚਰਨ ਪਕੜ ਕੇ ਬੈਠਾ ਸੀ, ਅਸੀਂ ਕਿਵੇਂ ਉੱਠਦੇ। ਐਸੀ ਭਾਵਨਾ ਬਣਾ ਕੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾ ਕਰਕੇ ਕਹਿ ਨਾਨਕ ਸੁਨੋ ਸੰਤ ਹੋ, ਇਹ ਗੁਰੂ ਦੇ ਪਿਆਰਿਓ ਸੁਨੋ, ਸੋ ਸਿੱਖ ਸਨਮੁਖ ਹੋਇਆ। ਐਸਾ ਸਿੱਖ ਗੁਰੂ ਨੂੰ ਪਾਉਂਦਾ ਹੈ ਜਿਹੜਾ ਗੁਰੂ ਦੇ ਅਨੁਸਾਰੀ ਹੋ ਕੇ ਵਿਚਰਦਾ ਹੈ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਤੇ ਜਿਹੜਾ ਗੁਰੂ ਤੋਂ ਉਲਟ ਚੱਲਦਾ ਹੈ, ਬੇਮੁਖ ਹੋ ਕੇ ਚੱਲਦਾ ਹੈ, ਜਿਹੜਾ ਮਾਇਆ ਦੇ ਮੋਹ ਵਿੱਚ ਬੰਨਿਆ ਪਿਆ, ਮਾਇਆ ਨਾਲ ਪ੍ਰੀਤ ਪਾਈ ਹੈ, ਗੁਰੂ ਨਾਲ ਪ੍ਰੀਤ ਨਹੀਂ, ਗੁਰੂ ਤੋਂ ਉਲਟ ਹੈ, ਮਾਇਆ ਦੇ ਮੋਹ ਵਿੱਚ ਫਸਿਆ, ਮਾਇਆ ਨਾਲ ਪ੍ਰੀਤ ਬਣੀ ਹੈ, ਪਦਾਰਥਾਂ ਨਾਲ ਪ੍ਰੀਤ ਬਣੀ ਹੋਈ ਹੈ। ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਤਸ਼ਾਹ ਕਹਿੰਦੇ ਬਿਨਾ ਗੁਰੂ ਤੋਂ ਉਸ ਮਨੁੱਖ ਦੀ ਮਾਇਆ ਦੇ ਮੋਹ ਤੋਂ ਬੰਦ ਖਲਾਸੀ ਨਹੀਂ ਹੋ ਸਕਦੀ, ਮਾਇਆ ਦੇ ਮੋਹ ਤੋਂ ਉਹ ਜੀਵ ਮੁਕਤ ਨਹੀਂ ਹੋ ਸਕਦਾ। ਜਿਹਦੀ ਪ੍ਰੀਤ ਕੇਵਲ ਮਾਇਆ ਨਾਲ ਹੈ, ਪਦਾਰਥਾਂ ਨਾਲ ਹੈ, ਗੁਰੂ ਨਾਲ ਪ੍ਰੀਤ ਨਹੀਂ ਬਣੀ। ਕਿਉਂਕਿ ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਮਰੱਥ ਨੇ, ਜਿਹਦੀ ਪ੍ਰੀਤ ਗੁਰੂ ਨਾਲ ਬਣਦੀ ਹੈ, ਉਹ ਫਿਰ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਵੀ ਗੁਰੂ ਤੋਂ ਬਿਨਾ ਉਹ ਮਨੁੱਖ, ਉਹ ਜੀਵ ਮੁਕਤ ਨਹੀਂ ਹੋ ਸਕਦਾ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇਕੀਆ ਜਾਏ। ਬਬੇਕੀ ਵਿਚਾਰਵਾਨ, ਵਿਚਾਰਵਾਨਾਂ ਨੂੰ ਪੁੱਛ ਕੇ ਵੇਖ ਲਵੋ ਕਿ ਹੋਰ ਥਾਂ ਤੇ ਜਿੰਨਾ ਮਰਜੀ ਕੋਈ ਮਨੁੱਖ ਭਟਕ ਲਵੇ, ਇੱਧਰ ਉੱਧਰ ਯਤਨ ਕਰ ਲਵੇ, ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ, ਮਾਇਆ ਦੇ ਬੰਧਨਾਂ ਤੋਂ ਛੁੱਟ ਨਹੀਂ ਸਕਦਾ। ਪਾਵੈ ਮੁਕਤ ਨਾ ਹੋਰ ਥੈ ਕੋਈ, ਹੋਰ ਥਾਂ ਤੋਂ ਜਿਹੜਾ ਗੁਰੂ ਦਾ ਦਰ ਛੱਡ ਕੇ ਹੋਰ ਥਾਵਾਂ ਤੇ ਭੱਜਿਆ ਫਿਰਦਾ, ਇੱਧਰ ਉੱਧਰ ਕਿ ਸ਼ਾਇਦ ਮੈਨੂੰ ਮੁਕਤੀ ਮਿਲ ਜਾਏ। ਪਾਤਸ਼ਾਹ ਕਹਿੰਦੇ ਵਿਚਾਰਵਾਨਾਂ ਨੂੰ, ਗਿਆਨਵਾਨਾਂ ਨੂੰ ਜਿਹੜਾ ਹੈ ਉਹ ਪੁੱਛ ਕਰਕੇ ਵੇਖਣਾ ਕਰੋ
ਕਿ ਗੁਰੂ ਤੋਂ ਬਿਨਾ ਹੋਰ ਥਾਵਾਂ ਤੇ ਜਿੱਥੇ ਮਰਜੀ ਭੱਜ ਲਵੇ ਭਟਕ ਲਵੇ ਮੁਕਤੀ ਪ੍ਰਾਪਤ ਨਹੀਂ ਹੋਣੀ, ਮਾਇਆ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਅਨੇਕਾਂ ਜੁਨੀਆਂ ਵਿੱਚ ਭਰਮਦਾ ਹੈ, ਕਿਉਂਕਿ ਜੇਕਰ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਗੁਰੂ ਦੀ ਸ਼ਰਨ ਵਿੱਚ ਚੱਲ ਕੇ ਨਹੀਂ ਆਏ, ਗੁਰੂ ਦਾ ਉਪਦੇਸ਼ ਧਾਰਨ ਨਹੀਂ ਕੀਤਾ, ਮਨ ਵਿੱਚ ਨਹੀਂ ਵਸਾਇਆ, ਉਹਦੀ ਕਮਾਈ ਨਹੀਂ ਕੀਤੀ, ਮਨੁੱਖ ਫਿਰ ਜਿਹੜਾ ਆਵਾ ਗਾਉਣ ਦੇ ਚੱਕਰ ਵਿੱਚ ਪਿਆ ਰਹਿੰਦਾ, 84 ਲੱਖ ਜੂਨਾਂ ਦੇ ਵਿੱਚ ਭਟਕਦਾ ਫਿਰਦਾ। ਜੀਵਨ ਮਿਲਦਾ ਹੈ, ਜਨਮ ਹੁੰਦਾ ਹੈ, ਮੌਤ ਹੋ ਜਾਂਦੀ ਹੈ, ਫਿਰ ਦੂਜੀ ਜੂਨੀ ਤਿਆਰ ਹੋ ਜਾਂਦੀ ਹੈ। ਅਨੇਕ ਜੂਨੀ ਭਰਮ ਆਵੈ, ਅਨੇਕਾਂ ਜੁਨੀਆਂ ਵਿੱਚ ਭਰਮ ਕੇ ਆਉਂਦਾ, ਬਿਨ ਸਤਿਗੁਰ ਮੁਕਤ ਨਾ ਪਾਏ। ਤਾਂ ਹੀ ਤੇ ਪਾਤਸ਼ਾਹ ਜੀ ਨੇ ਕਹਿਣਾ, 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਮਨੁੱਖ ਦੇ ਵਡਿਆਈ ਮਿਲੀ ਹੈ ਕਿ ਉਹੀ ਸਤ ਸੰਗਤ ਵਿੱਚ ਚੱਲ ਕੇ ਆ ਸਕਦਾ ਹੈ, ਸੰਗਤ ਮਨੁੱਖ ਕਰ ਸਕਦਾ ਹੈ, ਗੁਰੂ ਕੀ ਸੇਵਾ ਮਨੁੱਖ ਕਰ ਸਕਦਾ ਹੈ, ਬਾਣੀ ਪੜ੍ਹ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਗੁਰੂ ਕੀ ਸੰਗਤ ਵਿੱਚ ਜੁੜਦਾ ਹੈ। ਇਹ ਕੇਵਲ ਮਨੁੱਖ ਦੇ ਹਿੱਸੇ ਆਇਆ ਹੈ। ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ ਪਾਤਸ਼ਾਹ ਕਹਿੰਦੇ, ਜਿਹੜਾ ਇਹਦੇ ਤੋਂ ਇਹ ਪੌੜੀ ਜਿਹੜੀ ਮਿਲੀ ਹੈ ਇਹਦੇ ਤੋਂ ਪੈਰ ਥਿੜਕ ਗਿਆ, ਫਿਰ ਆਵਾ ਗਾਉਣ ਦਾ ਚੱਕਰ ਉਸੇ ਤਰ੍ਹਾਂ ਪਿਆ ਰਹਿੰਦਾ। ਪਾਤਸ਼ਾਹ ਕਹਿੰਦੇ ਅਨੇਕਾਂ ਜੁਨੀਆਂ ਦੇ ਵਿੱਚ ਭਰਮਦਾ ਭਟਕਦਾ, ਜਿੰਨੀ ਦੇਰ ਮਨੁੱਖਾ ਜਨਮ ਨੂੰ ਪਾ ਕਰਕੇ ਜੇ ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਗੁਰੂ ਦੀ ਸ਼ਰਨ ਵਿੱਚ ਚੱਲ ਕੇ ਨਹੀਂ ਆਇਆ, ਇਹ ਮੁਕਤ ਨਹੀਂ ਹੋ ਸਕਦਾ, ਫਿਰ ਉਹ ਚੱਕਰ ਵਿੱਚ ਉਸੇ ਤਰ੍ਹਾਂ ਪਿਆ ਰਹਿੰਦਾ ਹੈ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਤੇ ਜਿਨ੍ਹਾਂ ਤੇ ਗੁਰੂ ਸਾਹਿਬ ਰਹਿਮਤ ਕਰਦੇ ਨੇ, ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਫਿਰ ਉਹ ਜੀਵ ਫਿਰ ਮੁਕਤ ਪਾਏ ਲਾਗ ਚਰਨੀ, ਗੁਰੂ ਕੀ ਚਰਨੀ ਲੱਗਦੇ ਨੇ, ਗੁਰ ਚਰਨਾਂ ਵਿੱਚ ਜੁੜਦੇ ਨੇ, ਫਿਰ ਉਹਨਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਆ, ਉਹ ਮੁਕਤ ਹੁੰਦੇ ਨੇ। ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਉਣ ਵਾਲੇ ਜਿਹੜੇ ਗੁਰੂ ਦਾ ਉਪਦੇਸ਼ ਸੁਣਦੇ ਨੇ, ਵਡਭਾਗੇ ਹੋ ਜੋ ਹਰ ਰੋਜ਼ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਦਾ ਉਪਦੇਸ਼ ਸਰਵਣ ਕਰਨ ਲਈ ਚੱਲ ਕੇ ਆਉਂਦੇ ਹੋ। ਸਤਿਗੁਰੂ ਦੀ ਕਿਰਪਾ ਹੈ, ਨਦਰ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਜੁੜ ਕਰਕੇ ਗੁਰੂ ਦਾ ਉਪਦੇਸ਼ ਸਰਵਣ ਕਰਦੇ ਨੇ, ਗੁਰੂ ਸਾਹਿਬ ਜਿਨ੍ਹਾਂ ਤੇ ਰਹਿਮਤ ਕਰਕੇ ਆਪਣੀ ਸ਼ਰਨ ਆਪਣੀ ਸੰਗਤ ਬਖਸ਼ ਕੇ ਆਪਣਾ ਪਾਵਨ ਉਪਦੇਸ਼ ਦਿੰਦੇ ਹਨ, ਉਹ ਜੀਵ ਫਿਰ ਗੁਰਚਰਨਾਂ ਨਾਲ ਜੁੜ ਕਰਕੇ ਮੁਕਤੀ ਨੂੰ ਪਾ ਲੈਂਦੇ ਨੇ, ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ, ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਨਾਨਕ ਜੀ ਕਹਿੰਦੇ ਹਨ ਕਿ ਐ ਜੀਵ ਤੂੰ ਵਿਚਾਰ ਕੇ ਵੇਖ, ਇਸ ਗੱਲ ਦੀ ਵਿਚਾਰ ਕਰ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਿਨਾ ਇਹ ਮਾਇਆ ਤੋਂ ਮੁਕਤ ਨਹੀਂ ਹੋ ਸਕੀਦਾ, ਮਾਇਆ ਦੇ ਬੰਧਨਾਂ ਤੋਂ ਜੀਵ ਮੁਕਤ ਨਹੀਂ ਹੋ ਸਕਦਾ। ਜਿਹਨੂੰ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ, ਗੁਰੂ ਦਾ ਉਪਦੇਸ਼ ਨਹੀਂ ਮਿਲਿਆ, ਜਿਹੜਾ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਿਆ, ਇਸ ਗੱਲ ਦੀ ਵਿਚਾਰ ਕਰਕੇ ਦੇਖਣਾ ਕਰ। ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਐ ਗੁਰੂ ਕੇ ਪਿਆਰੇ ਸਿੱਖੋ, आओ मिलकर के गावो हो सच्ची बाणी। ਉਹ ਬਾਣੀ ਜਿਸ ਬਾਣੀ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹਿਰਦੇ ਵਿੱਚ ਬਣ ਜਾਂਦਾ ਹੈ, ਜਿਸ ਬਾਣੀ ਦੁਆਰਾ ਜੀਵਨ ਅੰਦਰ ਆਤਮਿਕ ਖੇੜਾ ਆਤਮਿਕ ਆਨੰਦ ਬਣ ਜਾਂਦਾ ਹੈ, ਜਿਹੜੀ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ,
ਐਸੀ ਉਸ ਬਾਣੀ ਨੂੰ ਗਾਉਣਾ ਕਰੋ। ਆਓ ਮਿਲ ਕੇ ਗਾਈਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵੋ ਸੱਚੇ ਬਾਣੀ, ਗਾਵੋ ਸੱਚੇ ਬਾਣੀ, ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਐਸੀ ਬਾਣੀ ਨੂੰ ਗਾਉਣਾ ਕਰੋ ਜਿਹੜੀ ਬਾਣੀ ਨੂੰ ਗਾ ਕਰਕੇ ਪਰਮ ਗਤੀ ਦੀ ਪ੍ਰਾਪਤੀ ਹੋਣੀ ਹੈ, ਪਰਮ ਪਦਵੀ ਦੀ ਪ੍ਰਾਪਤੀ ਹੋਣੀ ਹੈ। ਜਿਸ ਬਾਣੀ ਨੂੰ ਪੜ੍ਹ ਕਰਕੇ ਮਾਇਆ ਦੇ ਬੰਧਨਾਂ ਤੋਂ ਛੁੱਟਣਾ ਹੈ, ਜਿਸ ਬਾਣੀ ਨੂੰ ਪੜ੍ਹ ਕਰਕੇ ਆਤਮਿਕ ਖੇੜਾ, ਆਤਮਿਕ ਆਨੰਦ ਮਿਲਣਾ ਹੈ, ਆਤਮਿਕ ਜੀਵਨ ਬਖਸ਼ਦੀ ਹੈ, ਐਸੀ ਬਾਣੀ ਨੂੰ ਗਾਉਣਾ ਕਰੋ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਬਾਣੀ ਸਾਰੀਆਂ ਬਾਣੀਆਂ ਦੇ ਵਿੱਚੋਂ ਸ਼੍ਰੋਮਣੀ ਬਾਣੀ ਹੈ। ਵੇਦ ਬਾਣੀ, ਸ਼ਾਸਤਰ ਬਾਣੀ ਆਦਿਕ ਜਿਹੜੀਆਂ ਬਾਣੀਆਂ ਨੇ, ਉਹਨਾਂ ਬਾਣੀਆਂ ਦੇ ਵਿੱਚੋਂ ਗੁਰੂ ਦੀ ਇਹ ਸ਼੍ਰੋਮਣੀ ਬਾਣੀ ਹੈ, ਸੱਚੀ ਬਾਣੀ। ਪਾਤਸ਼ਾਹ ਜੀ ਨੇ ਸੱਚਾ ਸ਼ਬਦ ਜਿਹੜੀ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਸੱਚਾ ਸ਼ਬਦ ਜਿਹੜੀ ਸੱਚੀ ਬਾਣੀ ਸ਼ਬਦ ਵਰਤਿਆ ਹੈ। ਕਿਉਂਕਿ ਸੰਸਾਰ ਦੇ ਅੰਦਰ ਬੜੇ ਕੱਚੇ ਪਿੱਲੇ ਤੁਰੇ ਫਿਰਦੇ ਨੇ, ਬੜੀਆਂ ਬੜੀਆਂ ਰਚਨਾਵਾਂ ਕਰ ਕਰਕੇ ਬੜੇ ਗ੍ਰੰਥ ਰਚ ਰਹੇ ਨੇ, ਜਿਹਦੇ ਵਿੱਚੋਂ ਨਾ ਆਤਮਿਕ ਜੀਵਨ ਮਿਲਦਾ ਹੈ, ਨਾ ਆਤਮਿਕ ਖੇੜਾ, ਨਾ ਆਤਮਿਕ ਆਨੰਦ। ਜਿਹਨੂੰ ਪੜ੍ਹ ਕਰਕੇ ਜੀਵ ਮੁਕਤ ਨਹੀਂ ਹੋ ਸਕਦਾ, ਜਿਹਨੂੰ ਪੜ੍ਹ ਕਰਕੇ ਪਰਮ ਪਦਵੀ ਦੀ ਪ੍ਰਾਪਤ ਨਹੀਂ ਹੋ ਸਕਦੀ। ਇਸ ਕਰਕੇ ਪਾਤਸ਼ਾਹ ਜੀ ਨੇ ਕਿਹਾ ਗੁਰੂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਿਹੜੀ ਆਤਮਿਕ ਆਨੰਦ ਦੇਣ ਵਾਲੀ ਹੈ, ਆਤਮਿਕ ਖੇੜਾ ਦੇਣ ਵਾਲੀ ਹੈ, ਜਨਮ ਮਰਨ ਤੋਂ ਮੁਕਤ ਕਰਨ ਵਾਲੀ ਬਾਣੀ ਹੈ, ਸੱਚੀ ਬਾਣੀ। ਪਾਤਸ਼ਾਹ ਕਹਿੰਦੇ ਜਿਹੜੇ ਸਾਰੀਆਂ ਬਾਣੀਆਂ ਦੇ ਵਿੱਚੋਂ ਸ਼੍ਰੋਮਣੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ, ਗੁਰੂ ਸਾਹਿਬ ਦੇ ਭਗਤ ਸਾਹਿਬਾਨ ਦੀ ਉਚਾਰਨ ਕੀਤੀ ਹੋਈ ਬਾਣੀ, ਇਹ ਬਾਣੀ ਨੂੰ ਜਿਹੜਾ ਹੈ ਉਹਨੂੰ ਗਾਉਣਾ ਕਰੋ। ਇਹ ਬਾਣੀ ਸਾਰੀਆਂ ਚੋਂ ਸ਼੍ਰੋਮਣੀ ਹੈ। ਜਿਨ ਕੋ ਨਾਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਤੇ ਉੱਤੇ ਗੁਰੂ ਕਿਰਪਾ ਕਰਦਾ, ਨਦਰ ਕਰ ਦਿੰਦਾ, ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋ ਜਾਂਦੀ ਹੈ, ਜਿਨ੍ਹਾਂ ਤੇ ਉਹ ਕਰਮ ਕਰਦਾ ਹੈ, ਹਿਰਦੈ ਤਿਨਾ ਸਮਾਣੀ, ਉਹਨਾਂ ਦੇ ਹਿਰਦੇ ਦੇ ਵਿੱਚ ਸੱਚੀ ਬਾਣੀ ਜਿਹੜੀ ਆ ਸਮਾ ਜਾਂਦੀ ਹੈ, ਹਿਰਦੇ ਵਿੱਚ ਸਮਾ ਜਾਂਦੀ ਹੈ। ਫਿਰ ਜਦੋਂ ਬਾਣੀ ਪੜ੍ਹਦੇ ਨੇ ਉਹ ਹਿਰਦੇ ਕਰਕੇ ਅੰਦਰੋਂ ਜੁੜ ਕੇ ਬਾਣੀ ਪੜ੍ਹਦੇ ਨੇ। ਫਿਰ ਇਹ ਨਹੀਂ, ਕਈ ਵਾਰੀ ਆਪਾਂ ਵੇਖਦੇ ਹਾਂ ਬਾਣੀ ਪੜ੍ਹਨ ਬੈਠੀਏ ਤੇ ਬੜੀ ਜਲਦੀ ਜਲਦੀ ਬਾਣੀ ਪੜ੍ਹਦੇ ਹਾਂ, ਮੁੱਖ ਦੁਆਰਾ ਤਾਂ ਬਾਣੀ ਪੜ੍ਹ ਰਹੇ ਹਾਂ ਪਰ ਹਿਰਦਾ ਨਹੀਂ ਪੜ੍ਹ ਰਿਹਾ, ਹਿਰਦਾ ਨਹੀਂ ਪੜ੍ਹ ਰਿਹਾ, ਸੁਰਤ ਦਾ ਟਿਕਾ ਨਹੀਂ ਬਣਿਆ। ਤੇ ਜਦੋਂ ਹਿਰਦੇ ਅੰਦਰੋਂ ਜੁੜ ਕੇ ਬਾਣੀ ਪੜ੍ਹਦੇ ਹਾਂ, ਗਾ ਕੇ ਬਾਣੀ ਪੜ੍ਹਦੇ ਹਾਂ, ਬੜੇ ਪਿਆਰ ਦੇ ਨਾਲ ਉਸ ਬਾਣੀ ਨੂੰ ਪੜ੍ਹਨ ਦਾ ਆਨੰਦ ਆਉਂਦਾ ਹੈ,
ਉਸ ਬਾਣੀ ਨੂੰ ਪੜ੍ਹਨ ਦੇ ਨਾਲ ਅੰਦਰ ਸਕੂਨ ਮਿਲਦਾ ਹੈ, ਸੁੱਖ ਮਿਲਦਾ ਹੈ, ਸਦੀਵੀ ਸੁੱਖ, ਸਦੀਵੀ ਆਨੰਦ, ਖੇੜਾ। ਗੁਰੂ ਪਿਆਰ ਵਾਲਿਓ, ਆਪਾਂ ਕਈ ਵਾਰੀ ਵੇਖਦੇ ਹਾਂ ਆਈ ਦਾ ਦਰਬਾਰ ਦੇ ਅੰਦਰ ਜਦੋਂ ਵੇਖੀਦਾ ਕਿ ਅੰਦਰ ਕੀਰਤਨ ਹੋ ਰਿਹਾ ਹੈ, ਕਥਾ ਵਿਚਾਰ ਹੋ ਰਹੀ ਹੈ, ਤਾਂ ਪਿਆਰ ਵਾਲੀਆਂ ਸੰਗਤਾਂ ਗੁਰਚਰਨਾਂ ਵਿੱਚ ਜੁੜੀਆਂ ਹੋਈਆਂ ਨੇ, ਪਰ ਹੱਥ ਵਿੱਚ ਮੋਬਾਈਲ ਹੈ ਜਾਂ ਗੁਰਬਾਣੀ ਦੀ ਪੋਥੀ ਹੈ। ਇੱਥੇ ਵੀ ਬੈਠ ਕੇ ਉਹ ਸਾਡਾ ਹੋਮਵਰਕ ਹੈ, ਉਹ ਅਸੀਂ ਘਰ ਬੈਠ ਕੇ ਕਰਨਾ ਹੈ। ਹੁਣ ਉੱਥੇ ਜਦੋਂ ਇੱਕ ਪਾਸੇ, ਕਿਉਂਕਿ ਗੁਰੂ ਦੀ ਹਜ਼ੂਰੀ 'ਚ ਇੱਕ ਵੇਲੇ ਇੱਕ ਕਾਰਜ ਹੋ ਸਕਦਾ ਹੈ, ਗੁਰਬਾਣੀ ਦਾ ਕੀਰਤਨ ਹੈ, ਕਥਾ ਹੈ, ਪਾਠ ਹੈ। ਹੁਣ ਇੱਕ ਪਾਸੇ ਗੁਰਬਾਣੀ ਦੀ ਕਥਾ ਹੋ ਰਹੀ ਹੋਵੇ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਦੂਜੇ ਪਾਸੇ ਅਸੀਂ ਮੋਬਾਈਲ ਲੈ ਕੇ ਬੈਠੇ ਹੋਈਏ, ਪੋਥੀ ਲੈ ਕੇ ਬੈਠੇ ਹੋਈਏ, ਨਾ ਸੁਰਤ ਉਧਰ ਟਿਕੀ, ਨਾ ਸੁਰਤ ਉਧਰ ਜੁੜੀ, ਨਾ ਪੱਲਿਓਂ ਉਧਰ ਕੁਛ ਪਿਆ, ਨਾ ਉਧਰੋਂ ਕੁਛ ਪਿਆ। ਇਸ ਕਰਕੇ ਘਰ ਵਿੱਚ ਬੈਠ ਕੇ ਬੜੇ ਆਨੰਦ ਨਾਲ ਬਾਣੀ ਪੜ੍ਹਨੀ ਹੈ, ਗਾ ਕੇ, ਬੜੇ ਪਿਆਰ ਨਾਲ, ਆਨੰਦ ਲੈ ਕੇ, ਰਸ ਲੈ ਕੇ। ਗੁਰੂ ਕੋਲ ਜਦੋਂ ਚੱਲ ਕੇ ਆਉਣਾ ਹੈ ਤੇ ਗੁਰੂ ਕੋਲ ਆ ਕੇ ਗੁਰੂ ਦਾ ਉਪਦੇਸ਼ ਸਰਵਨ ਕਰਨਾ ਹੈ ਕਿ ਗੁਰੂ ਸਾਹਿਬ ਕੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੋ ਸਾਹਿਬ ਜੀ ਕਹਿੰਦੇ, ਐਸੀ ਜਿਹੜੀ ਗੁਰੂ ਦੀ ਬਾਣੀ ਹੈ, ਸ਼੍ਰੋਮਣੀ ਬਾਣੀ, ਉਹਨੂੰ ਗਾਉਣਾ ਕਰੋ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰ ਦਿੰਦਾ, ਕਰਮ ਕਰਦਾ, ਨਦਰ ਬਖਸ਼ਿਸ਼ ਕਰਦਾ, ਉਹਨਾਂ ਦੇ ਹਿਰਦੇ ਦੇ ਵਿੱਚ ਇਹ ਬਾਣੀ ਸਮਾ ਜਾਂਦੀ ਹੈ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ। ਹਰੇ ਰੰਗ ਵਿੱਚ ਰੰਗੇ ਹੋਏ ਫਿਰ ਉਹ ਅੰਮ੍ਰਿਤ ਰੂਪ ਨਾਮ ਰੂਪੀ ਜਲ ਨੂੰ ਪੀਂਦੇ ਨੇ। ਜਪਿਓ ਸਾਰੰਗ ਪਾਣੀ, ਹੱਥ ਵਿੱਚ ਧਨੁੱਖ ਫੜੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਸਦਾ ਧਿਆਉਂਦੇ ਨੇ, ਸਿਮਰਦੇ ਨੇ। ਉਹਨੂੰ ਸਿਮਰਦਿਆਂ ਹੋਇਆਂ ਉਹਦਾ ਜਿਹੜਾ ਅੰਮ੍ਰਿਤ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਨਾਮ ਜਲ ਹੈ, ਫਿਰ ਉਹਨੂੰ ਪੀਂਦੇ ਹਨ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਾਹਿਬ ਜੀ ਕਹਿੰਦੇ, ਕਹਿ ਨਾਨਕ ਸਦਾ ਗਾਵੋ, ਸਦਾ ਗਾਉਣਾ ਕਰੋ ਇਹ ਬਾਣੀ ਨੂੰ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ, ਇਹ ਜਿਹੜੀ ਗੁਰੂ ਦੀ ਬਾਣੀ ਹੈ, ਇਹ ਸੱਚੀ ਬਾਣੀ ਹੈ, ਇਹਨੂੰ ਸਦਾ ਹੀ ਗਾਉਣਾ ਕਰੋ, ਸਦਾ ਹੀ ਬਾਣੀ ਪੜ੍ਹਦੇ ਰਹੋ, ਸਦਾ ਇਸ ਬਾਣੀ ਨੂੰ ਗਾਉਣਾ ਕਰੋ, ਆਨੰਦ ਲੈਣਾ ਕਰੋ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਗੁਰੂ ਤੋਂ ਬਿਨਾ ਹੋਰ ਬਾਣੀ ਜਿਹੜੀ ਉਹ ਕੱਚੀ ਹੈ। ਬੜੇ ਬੜੇ ਕਾਵ ਰੂਪ ਰਚ ਕਰਕੇ, ਕਵਿਤਾਵਾਂ ਰਚ ਰਚ ਕੇ ਸੁਣਾਉਂਦੇ ਨੇ, ਉਹ ਸਾਰੀ ਕੱਚੀ ਬਾਣੀ ਹੈ। ਉਹਦੇ ਵਿੱਚੋਂ ਆਤਮਿਕ ਜੀਵਨ ਦੀ ਪ੍ਰਾਪਤੀ ਨਹੀਂ, ਉਹਦੇ ਅੰਦਰ ਆਤਮਿਕ ਆਨੰਦ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ, ਗੁਰੂ ਤੋਂ ਬਿਨਾ ਹੋਰ ਜਿਹੜੀ ਕੋਈ ਕਾਵ ਰਚਨਾ ਰਚ ਰਚ ਕੇ, ਉਦੋਂ ਬੜੇ ਸਨ ਗੁਰੂ ਸਾਹਿਬ ਦੇ ਵੇਲੇ, ਪੀਲੂ, ਕਾਨ੍ਹਾ, ਛੱਜੂ, ਹੁਸੈਨ, ਇਹ ਵੀ ਚੱਲ ਕੇ ਆਏ ਸਨ ਵੀ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰੋ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਸੀ, ਤੁਹਾਡੀ ਬਾਣੀ ਗੁਰੂ ਨਾਨਕ ਦੀ ਕਸਵੱਟੀ ਤੇ ਖਰੀ ਨਹੀਂ ਉਤਰਦੀ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ, ਉਹਨੂੰ ਥਾਂ ਨਹੀਂ ਮਿਲੀ। ਸੋ ਬੜੀਆਂ ਰਚਨਾਵਾਂ ਰਚਣ ਵਾਲੇ ਸਨ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਦਰਜ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰੂ ਤੋਂ ਬਿਨਾ ਜਿਹੜੀ ਹੈ, ਜਿਹਦੇ ਅੰਦਰ ਆਤਮਿਕ ਰੂਹਾਨੀਅਤ ਨਹੀਂ, ਜਿਹਦੇ ਅੰਦਰ ਆਤਮਿਕ ਖੇੜਾ ਨਹੀਂ, ਆਤਮਿਕ ਆਨੰਦ ਨਹੀਂ, ਅਧਿਆਤਮਿਕਤਾ ਨਹੀਂ, ਉਹ ਬਾਣੀ ਗੁਰੂ ਦੀ ਬਾਣੀ ਤੋਂ ਬਿਨਾ ਹੋਰ ਜਿਹੜੀ ਕੋਈ ਕਾਵ ਰੂਪ ਵਿੱਚ ਰਚੀ ਹੋਈ, ਉਹ ਕੱਚੀ ਬਾਣੀ ਹੈ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਉਹ ਕਾਵ ਰੂਪ ਵਿੱਚ ਰਚੀ ਗਈ ਬਾਣੀ ਕੱਚੀ ਹੈ। ਸਤਿਗੁਰੂ ਤੋਂ ਬਿਨਾ ਹੋਰ ਜਿੰਨੀ ਵੀ ਕੋਈ ਉਚਾਰਨ ਕੀਤੀ, ਕੋਈ ਰਚਨਾ ਰਚੀ, ਕੋਈ ਰਚਦਾ, ਕਵਿਤਾਵਾਂ ਬਣਾਉਂਦਾ, ਪਾਤਸ਼ਾਹ ਕਹਿੰਦੇ ਬੜੇ ਬੜੇ ਅੱਜ ਦੁਨੀਆ ਵਿੱਚ, ਸੰਸਾਰ ਵਿੱਚ ਆਪਾਂ ਵੇਖ ਰਹੇ ਹਾਂ, ਉਹਨਾਂ ਦੀ ਉਚਾਰਨ ਕੀਤੀ ਹੋਈ ਸਾਰੀ ਬਾਣੀ ਉਹ ਕੱਚੀ ਹੈ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਬਖਾਣੀ। ਉਹਨੂੰ ਕਹਿਣ ਵਾਲੇ ਵੀ ਕੱਚੇ ਨੇ, ਉਹਨੂੰ ਸੁਣਨ ਵਾਲੇ ਵੀ ਕੱਚੇ ਨੇ, ਕਿਉਂਕਿ ਕਹਿਣ ਵਾਲਿਆਂ ਦੇ ਆਪਣੇ ਜੀਵਨ ਅੰਦਰ ਆਨੰਦ ਨਹੀਂ, ਅਧਿਆਤਮਕਤਾ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ, ਉਹਨਾਂ ਨੂੰ ਆਤਮਿਕ ਜੀਵਨ ਪ੍ਰਾਪਤ ਨਹੀਂ ਹੋਇਆ, ਆਤਮਿਕ ਆਨੰਦ ਖੇੜਾ ਨਹੀਂ ਉਹਨਾਂ ਨੂੰ ਮਿਲਿਆ।
ਤੇ ਸੁਣਨ ਵਾਲਿਆਂ ਨੂੰ ਕਿਵੇਂ ਪ੍ਰਾਪਤ ਹੋ ਸਕਦਾ ਹੈ? ਸੁਣਨ ਵਾਲਿਆਂ ਨੂੰ ਵੀ ਨਹੀਂ ਹੋ ਸਕਦਾ। ਕੱਚੀ ਆਖ ਵਖਾਣੀ ਤੇ ਅੱਗੇ ਉਹਦੀ ਵਿਚਾਰ ਕਰਨ ਵਾਲੇ, ਉਹਦੀ ਵਿਆਖਿਆ ਕਰਨ ਵਾਲੇ ਵੀ ਕੱਚੇ ਨੇ, ਉਹ ਵੀ ਕੱਚੇ ਹਨ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਠੂ ਨਾ ਜਾਣੀ। ਕਿਉਂਕਿ ਉਹ ਜਿਹੜੇ ਐਸੇ ਕਾਵ ਰੂਪ ਰਚਨਾ ਰਚਨ ਵਾਲੇ ਨੇ, ਪਾਤਸ਼ਾਹ ਕਹਿੰਦੇ ਉਹ ਹਰ ਹਰ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਤਾਂ ਮੁਖ ਤੋਂ ਕਹਿੰਦੇ ਨੇ, ਪਰ ਹਿਰਦੇ ਕਰਕੇ ਨਹੀਂ ਕਹਿੰਦੇ। ਉਹ ਹਿਰਦੇ ਚੋਂ ਨਹੀਂ ਕਹਿੰਦੇ। ਵਿਖਾਵਾ ਕੇਵਲ ਦੁਨੀਆ ਨੂੰ ਠੱਗਣ ਦਾ, ਦੁਨੀਆ ਨੂੰ ਮਗਰ ਲਾਉਣ ਦਾ ਵਿਖਾਵਾ ਬਣਾਇਆ ਵੀ ਅਸੀਂ ਬੜਾ ਨਾਮ ਜਪਦੇ ਹਾਂ। ਹਰ ਹਰ ਨਿਤ ਕਰਹਿ ਰਸਨਾ, ਰਸਨਾ ਦੁਆਰਾ ਤਾਂ ਕਹਿ ਰਹੇ ਨੇ, ਜਪ ਰਹੇ ਨੇ। ਕਹਿਆ ਕਛੂ ਨਾ ਜਾਣੀ, ਪਰ ਜੋ ਜਪ ਰਹੇ ਨੇ ਉਹਨੂੰ ਨਹੀਂ ਜਾਣਦੇ, ਉਹਨੂੰ ਨਹੀਂ ਜਾਣਦੇ, ਉਹਦੇ ਵੱਲ ਕੋਈ ਧਿਆਨ ਨਹੀਂ, ਕੋਈ ਸੁਰਤ ਦਾ ਟਿਕਾ ਨਹੀਂ, ਕੋਈ ਹਿਰਦੇ ਚੋਂ ਨਹੀਂ ਕਹਿ ਰਹੇ, ਸਿਰਫ ਕੇਵਲ ਰਸਨਾ ਦੁਆਰਾ ਕਹਿ ਰਹੇ ਹਨ। ਚਿਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਈ ਰਵਾਣੀ। ਜਿਨ੍ਹਾਂ ਦਾ ਚਿੱਤ ਮਾਇਆ ਨੇ ਮੋਹ ਲਿਆ, ਮਾਇਆ ਦੇ ਕਾਰਨ ਜਿਹੜੇ ਠੱਗੇ ਹੋਏ ਨੇ, ਜਿਨ੍ਹਾਂ ਦਾ ਚਿੱਤ ਕੇਵਲ ਮਾਇਆ ਨਾਲ ਜੁੜਿਆ, ਮਾਇਆ ਦੇ ਕਾਰਨ ਇਹ ਸਾਰਾ ਵਿਖਾਵਾ ਕਰ ਰਹੇ ਨੇ। ਬੋਲਣ ਪੈ ਰਵਾਣੀ, ਉਹ ਹੋਰ ਹੀ ਮੂੰਹ ਦੇ ਵਿੱਚੋਂ ਜਿਹੜਾ ਹੈ ਬੋਲਦੇ ਹਨ, ਉਹਨਾਂ ਦੇ ਮੁਖ ਵਿੱਚੋਂ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੱਚੇ ਮਨੋਂ ਅੰਦਰੋਂ ਨਹੀਂ ਲੈਣਾ ਕਰਦੇ। ਕੇਵਲ ਤੇ ਕੇਵਲ ਵਿਖਾਵਾ ਹੈ, ਮਾਇਆ ਦੇ ਕਾਰਨ ਇਹ ਸਾਰਾ ਕਰਦੇ ਹਨ। ਕਹਿ ਨਾਨਕ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਨਾਨਕ ਪਾਤਸ਼ਾਹ ਕਹਿੰਦੇ, ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ, ਕਹਿ ਨਾਨਕ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਗੁਰੂ ਤੋਂ ਬਿਨਾ ਹੋਰ ਸਾਰੀ ਕੱਚੀ ਬਾਣੀ ਹੈ। ਦੁਨੀਆ ਦੇ ਜਿੰਨੇ ਵੀ ਆ ਗੀਤ ਨੇ, ਕਾਵ ਰਚਨਾ ਬੜੀਆਂ ਅਸੀਂ ਵੇਖਦੇ ਹਾਂ, ਇਹ ਸਿੱਖ ਨੂੰ ਕਦੀ ਵੀ ਨਹੀਂ ਸੁਣਨੇ ਚਾਹੀਦੇ, ਇਹ ਕੱਚੇ ਹਨ। ਮਨ ਥੜਕਦਾ ਹੈ ਇਹਨਾਂ ਨੂੰ ਸੁਣ ਕਰਕੇ, ਮਨ ਦਾ ਟਿਕਾਓ ਨਹੀਂ ਬਣਦਾ, ਆਤਮਿਕ ਖੇੜਾ ਮਨ ਅੰਦਰ ਨਹੀਂ ਆਉਂਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਸਿੱਖ ਨੇ ਨਾ ਪੜ੍ਹਨਾ ਨਾ ਸੁਣਨਾ। ਗੁਰੂ ਤੋਂ ਬਿਨਾ ਹੋਰ ਜਿੰਨੀ ਵੀ ਉਹ ਕੱਚੀ ਬਾਣੀ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰੂ ਦਾ ਸ਼ਬਦ ਰਤਨ ਹੈ, ਕੀਮਤੀ ਰਤਨ, ਹੀਰੇ ਜਿਤ ਜੜਾਓ, ਜਿਹਦੇ ਵਿੱਚ ਪਰਮੇਸ਼ਰ ਦੇ ਗੁਣ ਜੜੇ ਹੋਏ ਨੇ। ਹੀਰੇ ਰੂਪ, ਹੀਰੇ ਦੀ ਨਿਆਈ ਪਰਮੇਸ਼ਰ ਦੇ ਜਿਹੜੇ ਗੁਣ ਨੇ ਉਹ ਇਸ ਸ਼ਬਦ ਦੇ ਵਿੱਚ ਜੜੇ ਹੋਏ ਹਨ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਉ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਸ਼ਬਦ ਰੂਪ ਰਤਨ ਦੇ ਨਾਲ ਜਿਨ੍ਹਾਂ ਦਾ ਮਨ ਲੱਗਿਆ, ਇਹੋ ਹੁਆ ਸਮਾਓ। ਤੇ ਇਹ ਫਿਰ ਜਦੋਂ ਸ਼ਬਦ ਦੇ ਨਾਲ ਸੁਰਤ ਜੁੜ ਜਾਂਦੀ ਹੈ, ਸ਼ਬਦ ਹਿਰਦੇ ਵਿੱਚ ਵਸ ਗਿਆ, ਤੇ ਫਿਰ ਜੀਵ ਉਹਦੇ ਵਿੱਚ ਸਮਾ ਜਾਂਦਾ ਹੈ, ਹਿਰਦੇ ਵਿੱਚ ਸ਼ਬਦ ਦਾ ਨਿਵਾਸ ਹੋ ਜਾਂਦਾ ਹੈ। ਸਾਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਾਉ। ਜਦੋਂ ਸ਼ਬਦ ਦੇ ਨਾਲ ਮਨ ਮਿਲ ਗਿਆ, ਮਨ ਸ਼ਬਦ ਨਾਲ ਜੁੜ ਗਿਆ, ਸੱਚਾ ਲਾਇਆ ਭਾਉ, ਭਾਉ ਤੋਂ ਭਾਵ ਹੈ ਪ੍ਰੇਮ, ਫਿਰ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਗਿਆ। ਹਿਰਦੇ ਵਿੱਚ ਪ੍ਰੇਮ ਜਿਹੜਾ ਸ਼ਬਦ ਨਾਲ ਪ੍ਰੀਤ ਬਣ ਗਈ, ਸ਼ਬਦ ਨਾਲ ਪ੍ਰੇਮ ਬਣ ਗਿਆ। ਆਪੇ ਹੀਰਾ ਰਤਨ ਆਪੇ, ਦੇਸਨੋਂ ਦੇ 부ਝਾਏ। ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਜਿਹੜਾ ਹੈ, ਜਿਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਹੀਰੇ ਰੂਪ ਗੁਣ ਜੜੇ ਹੋਏ ਨੇ, ਜਿਸ ਨੂੰ ਦੇ 부ਝਾਏ, ਉਹ ਆਪ ਹੀ ਵਾਹਿਗੁਰੂ ਪਰਮੇਸ਼ਰ ਹੈ। ਪਰ ਜਿਨ੍ਹਾਂ ਨੂੰ 부ਝਾ ਦਿੰਦਾ, ਜਨਾ ਦਿੰਦਾ, ਉਹੀ ਜਾਣ ਸਕਦੇ ਨੇ। ਜਿਸ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣਾ। ਫਿਰ ਜਿਨ੍ਹਾਂ ਨੂੰ ਜਨਾਉਂਦਾ ਉਹ ਜਾਣਦੇ ਹਨ। ਕਹਿ ਨਾਨਕ ਸ਼ਬਦ ਰਤਨ ਹੈ,
ਹੀਰਾ ਜਿਤ ਜੜਾਓ। ਪਾਤਸ਼ਾਹ ਜੀ ਤੀਸਰੇ ਨਾਨਕ ਸਤਿਗੁਰੂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹੈ ਨਾਨਕ ਸ਼ਬਦ ਰਤਨ ਹੈ। ਗੁਰੂ ਦਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਜਿਹੜਾ ਪ੍ਰਮਾਤਮਾ ਦੇ ਗੁਣਾਂ ਦੇ ਨਾਲ ਜੜਿਆ ਹੋਇਆ ਹੈ, ਇਹ ਜਿਹੜਾ ਸ਼ਬਦ ਰਤਨ ਰੂਪੀ ਸ਼ਬਦ ਹੈ, ਜਿਹਦੇ ਬਾਬਤ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਦੱਸਣਾ ਕੀਤਾ ਹੈ, ਜਿਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਗੁਣ ਭਰਪੂਰ ਨੇ, ਭਰੇ ਹੋਏ ਨੇ। ਗੁਣ ਜਿਹੜੇ ਨੇ ਉਹ ਹੀਰੇ ਦੀ ਨਿਆਈ ਜੜੇ ਹੋਏ ਨੇ। ਐਸੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾਉਣਾ ਕਰੋ, ਐਸੇ ਸ਼ਬਦ ਦੇ ਨਾਲ ਪ੍ਰੀਤ ਬਣਾਉਣਾ ਕਰੋ। ਐਸਾ ਸ਼ਬਦ ਜਦੋਂ ਗੁਰੂ ਦਾ ਹਿਰਦੇ ਵਿੱਚ ਵਸ ਜਾਂਦਾ ਹੈ, ਗੁਰੂ ਦੇ ਸ਼ਬਦ ਨਾਲ ਪ੍ਰੇਮ ਬਣਾਉਂਦਾ ਹੈ, ਇਹ ਸ਼ਬਦ ਫਿਰ ਜੀਵ ਨੂੰ ਮਾਇਆ ਦੇ ਬੰਧਨਾਂ ਤੋਂ, ਜਨਮ ਮਰਨ ਤੋਂ ਮੁਕਤ ਕਰ ਦਿੰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਉਪਦੇਸ਼ ਦੁਆਰਾ ਸਾਨੂੰ ਸਮਝਾਉਣਾ ਕੀਤਾ ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਸਿੱਖ ਕਿਸੇ ਵੀ ਤਰ੍ਹਾਂ ਦਾ ਅਜਿਹਾ ਕੋਈ ਕਰਮ ਨਹੀਂ ਕਰਦਾ ਕਿ ਜਿਹਦੇ ਕਾਰਨ ਗੁਰੂ ਦੇ ਸਨਮੁਖ ਹੋ ਕੇ ਮੈਨੂੰ ਅੱਖਾਂ ਨੀਵੀਆਂ ਪਾਣੀਆਂ ਪੈਣ, ਅੱਖਾਂ ਚਰਾਉਣੀਆਂ ਪੈਣ। ਜਿਹੜੇ ਬੇਮੁਖ ਨੇ ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ। ਇਸ ਕਰਕੇ ਸੱਚੀ ਬਾਣੀ ਨੂੰ ਗਾਉਣਾ ਕਰੋ, ਕੱਚੀ ਬਾਣੀ ਨੂੰ ਛੱਡ ਕੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਣਾ ਕਰੋ, ਤਾਂ ਕਿ ਸ਼ਬਦ ਦੇ ਦੁਆਰਾ ਅਸੀਂ ਮੁਕਤ ਹੋ ਜਾਈਏ, ਜਨਮ ਮਰਨ ਤੋਂ ਮੁਕਤ ਹੋ ਜਾਈਏ। ਇਹ ਸ਼ਬਦ ਤੇ ਸ਼ਬਦ ਰੂਪੀ ਜਹਾਜ਼ ਤੇ ਸਵਾਰ ਹੋ ਕੇ ਅਸੀਂ ਇਸ ਸੰਸਾਰ ਸਾਗਰ ਨੂੰ ਤਰ ਜਾਈਏ। ਗੁਰਬਾਣੀ ਦਾ ਇੱਕ ਇੱਕ ਸ਼ਬਦ ਜਹਾਜ਼ ਦੀ ਨਿਆਈ ਹੈ। ਜਿਵੇਂ ਕਿਸੇ ਨੇ ਫੋਰਨ ਕੰਟਰੀ ਜਾਣਾ ਹੋਵੇ, ਵਿਦੇਸ਼ ਜਾਣਾ ਹੋਵੇ, ਤੇ ਉਹਨੂੰ ਜਹਾਜ਼ ਦੀ ਟਿਕਟ ਲੈਣੀ ਪੈਂਦੀ ਹੈ। ਜਹਾਜ਼ ਤੇ ਸਵਾਰ ਹੋ ਕੇ ਉਹ ਸਮੁੰਦਰ ਪਾਰ ਕਰਕੇ ਜਾ ਪਹੁੰਚਦਾ ਵਿਦੇਸ਼ ਦੀ ਧਰਤੀ ਤੇ। ਇਸੇ ਤਰ੍ਹਾਂ ਗੁਰਬਾਣੀ ਦਾ ਇੱਕ ਇੱਕ ਸ਼ਬਦ ਜਹਾਜ਼ ਦੀ ਨਿਆਈ ਹੈ। ਜਿਹੜੇ ਜੀਵ ਇਸ ਸ਼ਬਦ ਨਾਲ ਜੁੜਦੇ ਨੇ ਉਹ ਸ਼ਬਦ ਰੂਪੀ ਜਹਾਜ਼ ਤੇ ਸਵਾਰ ਹੋ ਕੇ ਇਸ ਸੰਸਾਰ ਸਾਗਰ ਨੂੰ ਪਾਰ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਜਾ ਪਹੁੰਚਦੇ ਨੇ। ਸੋ ਇਹ ਪਾਵਨ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ ਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਕਿਰਪਾ ਕਰਨ। ਇਹ ਪਾਵਨ ਗੁਰਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਏ, ਤਾਂ ਕਿ ਲੋਕ ਸੁਖੀਏ ਪ੍ਰਲੋਕ ਸਹੇਲੇ ਹੋ ਜਾਵਨ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਿਕ,
ਤੁਮਰੀ ਕਿਰਪਾ ਮਹਿ ਸੁਖ ਕੋਇ ਨ ਜਾਣੈ ਤੁਮਰਾ ਉੱਚੇ ਤੇ ਉੱਚਾ ਸਾਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਤੁਮਰੇ ਗਾਤ ਮਿਤ ਤੁਮ ਹੀ ਜਾਣੇ ਨਾਨਕ ਦਾਸ ਤੁਮਰੇ ਗਾਤ ਮਿਤ ਤੁਮ ਹੀ ਨਾਨਕ ਦਾਸ ਸਦਾ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ। ਬਾਹਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਲਈ ਧਿਆਏ। ਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌ ਨਿਦਾਵੈ ਤਾਏ। ਸਭ ਤਾਈ ਹੋਏ ਸਹਾਇ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੇ ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਾਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਆਸਥਾਨ
ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੱਚਖੰਡ ਸੁੰਦਰ ਦੀਵਾਨ ਸਜੇ ਸਾਜੇ ਦੀਵਾਨਾ ਅੰਦਰ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਉਪਰੰਤ ਅੱਜ ਦੇ ਪਾਵਨ ਮੁਖ ਵਾਕ ਦੀ ਵਿਚਾਰ ਹੋਈ। ਸਮੁੱਚੀ ਸੇਵਾ ਨਿਭਾਉਂਦੇ ਆ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅਗਾਹ ਵਾਸਤੇ ਸੋਧ ਸਪਸ਼ਟ ਗੁਰਬਾਣੀ ਉਚਾਰਨ ਕਰਨ ਦਾ ਸੇਵਾ ਕਰਨ ਦਾ ਕਥਾ ਵਿਚਾਰਾ ਕਰਨ ਦਾ ਬਾਲ ਬੋਧ ਸੁਮਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਾਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸੇਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੀ। ਪੜੀ ਸੁਣੀ ਗੁਰਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਵਣਾ ਜੀ। ਸਾਵਨਾ ਘਰਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਮੇਲ ਇਤਫਾਕ ਬਖਸ਼ਣਾ ਕਾਰੋਬਾਰਾਂ 'ਚ ਵਾਧੇ ਬਖਸ਼ਣੇ ਆਪ ਜੀ ਦੇ ਚਰਨਾਂ ਦੀ ਪ੍ਰਤੀਤ ਪ੍ਰੀਤ ਬਖਸ਼ਣੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ। ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਸ਼੍ਰੀ ਮੁਖ ਵਾਕ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਪੁੱਲ ਚੁੱਕ ਮੁਆਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰਿਆ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਵਾਗਿਆ ਭਈ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲहेंगे ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲहेंगे ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮੋਏ। ਜਿਤ ਘਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ। ਸਾਧ ਮਿਲੈ ਸਿਧ ਪਾਈਐ, ਕੇਹੋ ਜੋਗ ਕੇ ਭੋਗਾ। ਦੋ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਲੋਗ ਜਾਣੈ ਉਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਜਿਉ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾ ਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾ ਸਨਮੁਖ ਸਿੱਖ ਕੋਈ। ਜਿਉ ਰਹੈ ਗੁਰ ਨਾਲੀ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾ ਸਨਮੁਖ ਸਿੱਖ ਕੋਈ। ਜਿਉ ਰਹੈ ਗੁਰ ਨਾਲੀ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹੈ ਪਰਣੈ। ਗੁਰ ਬਿਨ ਅਵਰ ਨ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ,
ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। आवो सिख सतगुरु के प्यारे हो, गावो सच्ची बाणी, बाणी ता गावो गुरु केरी। बाणिया सिर बाणी, जिन को नदर कर्म होवै, हिरदय तिना समाणी। पीवो अमृत सदा रहो हर रंगा, जपयो सारग पानी। कह नानक सदा गावो, एह सच्ची बाणी। सतगुरु बिना होर कच्ची है बाणी, बाणी ता कच्ची सतगुरु बाजो, होर कच्ची बाणी। कहंदे कच्चे सुनदे कच्चे, कच्ची आख वखाणी। हर हर नित करह रसना, कहया कछु ना जानी। चित्त जिनका हिर लया, माया बोलन पैरवाणी। कह नानक सतगुरु बाजो, होर कच्ची बाणी। गुर का शब्द रतन है, हीरे जित जड़ाओ। शब्द रतन जित मन लागा, एहो हुआ समाओ। शब्द सेती मन मिलिया, सच्चा लाया पाओ। आपे हीरा रतन आपे, जिसनो दे बुझाए। कह नानक शब्द रतन है, हीरा जित जड़ाओ। आपे हीरा रतन आपे, जिसनो दे बुझाए। कह नानक शब्द रतन है, हीरा जित जड़ाओ। वाहिगुरु जी का खालसा, वाहिगुरु जी की फतेह। जपो सतनाम, वाहिगुरु 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 जी। सतनाम सतनाम, वाहिगुरु वाहिगुरु। जपो सतनाम सतनाम, वाहिगुरु वाहिगुरु। जपो गुरु वाहिगुरु। जपो सतनाम सतनाम, वाहिगुरु 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 जी। वाहिगुरु जी का खालसा, वाहिगुरु जी की फतेह।
ਵਾਹਿਗੁਰੂ 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 ਵਾਹਿਗੁਰੂ